ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਕੇ ਨਵਜੋਤ ਸਿੰਘ ਸਿੱਧੂ ਬਾਗੋ ਬਾਗ ਨਜ਼ਰ ਆ ਰਹੇ ਨੇ, ਉੱਥੇ ਹੀ ਸਿੱਧੂ ਦੇ ਕੱਟੜ ਵਿਰੋਧੀ ਵਿਕਰਮ ਮਜੀਠੀਆ ਲਗਾਤਾਰ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਉਹਨਾਂ ਤੇ ਹਮਲੇ ਬੋਲਦੇ ਵਿਖਾਈ ਦਿੰਦੇ ਨੇ। ਤੇ ਇੱਕ ਵਾਰ ਫਿਰ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਸਿੱਧੂ ਤੇ ਵਾਰ ਕਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਨਵਜੋਤ ਸਿੱਧੂ ਦੀ ਲੜਾਈ ਮੁੱਦਿਆਂ ਲਈ ਨਹੀਂ ਸਗੋਂ ਕੁਰਸੀ ਦੀ ਲੜਾਈ ਸੀ ਤੇ ਚੋਰਾਂ ਦੀ ਬਰਾਤ ਵੀ ਹੁਣ ਸਿੱਧੂ ਦੇ ਮਗਰ ਆਣ ਕੇ ਖਲੋ ਗਈ ਹੈ। ਮਜੀਠੀਆ ਨੇ ਸਿੱਧੂ ਤੇ ਵਰਦਿਆਂ ਕਿਹਾ ਕਿ ਜੋ ਨਕਲੀ ਸ਼ਰਾਬ ਨਾਲ 250 ਦੇ ਕਰੀਬ ਮੌਤਾਂ ਹੋਈਆਂ ਸੀ ਅਤੇ ਪੰਜਾਬ 'ਚ ਨਜਾਇਜ਼ ਮਾਈਨਿੰਗ ਚੱਲ ਰਹੀ ਸੀ, ਉਹ ਮੁੱਦੇ ਹੁਣ ਕਿੱਧਰ ਚਲੇ ਗਏ ਨੇ। ਆਦ ਦਾ ਵੱਡਾ ਚੇਲਾ ਆਸਾਰਾਮ ਦਾ ਭਗਤ ਭਾਵੇਂ ਪੱਪੂ ਰਾਹੁਲ ਗਾਂਧੀ ਨੇ ਲਾਤਾ, ਮਗਰ ਕਾਂਗਰਸ ਤਾਂ ਹਲੇ ਵੀ ਮੁੰਨੀ ਨਾਲੋਂ ਵੱਧ ਬਦਨਾਮ ਹੈ। ਇਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ 'ਚ ਲੋਕਾਂ ਤੱਕ ਜਾਣਗੀਆਂ ਕਿ ਇਸ ਤਰ੍ਹਾਂ ਲੋਕੀ ਮੂਰਖ ਨਹੀਂ ਬਣਾਏ ਜਾਂਦੇ। ਇੱਕ ਵਾਰ ਝਾਕੜ ਸਾਹਿਬ ਨੇ ਜਿਹੜੀ ਲੈਟਰ ਲਿਖੀ ਹੈ ਰਾਣਾ ਸੋਢੀ ਦੇ ਖਿਲਾਫ, ਇਸ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ ਵਿੱਚ ਵੀ ਉਹਨਾਂ ਨੇ ਕਾਰਵਾਈ ਦੀ ਮੰਗ। ਦੇਖੋ, ਕਾਰਵਾਈ ਇੱਕ ਦੇ ਖਿਲਾਫ ਕਿਉਂ ਮੰਗਦੇ ਆ? ਜਿਹਨੇ ਗਲਤ ਕੰਮ ਕੀਤਾ ਅੱਜ ਦੂਜੇ ਦੀ ਵੀ ਆਈ ਖੜੀ ਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਕਿੰਨੀ ਵਾਰੀ ਉਠਾਇਆ। 150 ਕਰੋੜ ਦਾ ਚੂਨਾ, 125 ਕਰੋੜ ਲਿਖਿਆ, ਮਗਰ ਜੇ ਉਸ ਤੇ ਅਸਲੀ ਜਾ ਕੇ ਉਹਦੀ ਇਨਕੁਆਇਰੀ ਹੋਵੇ ਤੇ ਟੋਟਲ ਜੇ ਖਜ਼ਾਨੇ ਨੂੰ ਚੂਨੇ ਦੀ ਗੱਲ ਹੈ, ਉਹ 400 ਕਰੋੜ ਰੁਪਏ ਦਾ ਇੱਕ ਮਹਿਕਮੇ ਦੀ ਹੈ ਜਿਹੜੀ JCT ਇਲੈਕਟ੍ਰੋਨਿਕਸ ਹੈ। ਮੈਮੋਰੈਂਡਮ ਆਫ ਅੰਡਰਸਟੈਂਡਿੰਗ ਉਹ 'ਚ ਬੜੇ ਸਪਸ਼ਟ ਇਹ ਗੱਲ ਕਰਦੀ ਹੈ ਕਿ ਜਦੋਂ ਵੀ ਇਹ ਮਿਲ ਵਿਕੂਗੀ ਉਹਦਾ 150-200 ਕਰੋੜ ਤਾਂ ਕੱਲਾ ਮਹਿਕਮੇ ਨੂੰ ਆਉਣਾ, ਮਗਰ ਫਿਰ ਜੇ ਤੁਸੀਂ ਜ਼ਮੀਨ ਵੇਚੋਗੇ, ਜੇ ਨਾਲ ਦੀ ਜ਼ਮੀਨ ਉੱਥੇ ਪੂਡਾ ਆਕਸ਼ਨ ਕਰ ਰਹੀ ਹੈ 30,000 ਤੇ ਇਹ 5,000 ਤੇ ਕਿਉਂ ਦੇ ਰਹੇ? ਔਰ ਕਿਉਂ ਨਹੀਂ ਉਹ ਪੈਸੇ ਜਮ੍ਹਾਂ ਕਰਾਏ ਗਏ? ਐਡੀ ਵੱਡੀ ਧਾਂਦਲੀ, ਉਹਦੀ ਵੀ ਮੈਂ ਤੁਹਾਨੂੰ ਫੁੱਲ ਇੱਕ ਪ੍ਰੋਪਰ ਤਰੀਕੇ ਨਾਲ ਉਹਦੀ ਬਰੀਫਿੰਗ ਦਵਾਂਗੇ। ਬਹੁਤ ਵੱਡੀ ਧਾਂਦਲੀ ਇੱਕ ਵਜ਼ੀਰ ਦੀ ਨਿਕਲੀ ਨਹੀਂ। ਘੱਟੋ ਘੱਟ ਮਾਈਨਿੰਗ ਮਾਫੀਆ ਜਿਹੜਾ ਅੱਜ ਕਹਿੰਦੇ ਨਵੇਂ ਪ੍ਰਧਾਨ ਦਾ ਦਫ਼ਤਰ ਵੀ ਚਲਾਊਗਾ, ਸਭ ਕੁਝ ਕਰੂਗਾ, ਅੱਜ ਉਹ ਸਾਰੇ ਪਵਿੱਤਰ ਹੋ ਗਏ ਜਦੋਂ ਇੱਧਰ ਚੜ ਗਏ। ਅੱਜ ਉਹ ਮੁੱਦੇ ਕਿੱਧਰ ਗਏ? ਇਸ ਲਈ ਇਸ ਤਰ੍ਹਾਂ ਲੋਕਾਂ ਦਾ ਮੂਰਖ ਨਹੀਂ ਬਣਾਇਆ ਜਾ ਸਕਦਾ। ਉਹ ਜਿਹੜੇ ਸ਼ਰਾਬ ਨਾਲ 250 ਮੌਤਾਂ ਹੋਈਆਂ ਸਨ, ਅੱਜ ਜੇ ਇੱਧਰ ਆ ਕੇ ਖਲੋਗੇ ਤੇ ਉਹ ਸ਼ਰਾਬ ਮਾਫੀਆ ਹੁਣ ਇਹਨਾਂ ਤੇ ਮਿਹਰ ਹੋ ਗਈ, ਇਹਨਾਂ ਦੀ ਸੌਦੇ ਸਾਧ ਦੇ ਚੇਲੇ ਜੀ ਨਵਜੋਤ ਸਿੰਘ ਦੀ ਉੱਤੇ ਆਸ਼ੀਰਵਾਦ ਹੋ ਗਿਆ। ਇਸ ਤਰ੍ਹਾਂ ਗੱਡੀ ਚੱਲਣੀ ਨਹੀਂ। ਸਰ ਕਹਿੰਦਾ ਕੁਰਸੀ ਦੀ ਲੜਾਈ ਖਤਮ ਹੋ ਗਈ ਹੈ ਕਾਂਗਰਸ ਦੇ? ਹਾਂਜੀ, ਕੁਰਸੀ ਦੀ ਲੜਾਈ ਖਤਮ ਹੋ ਗਈ ਹੈ, ਯਾਨੀ ਕਿ ਕਾਂਗਰਸ ਕਿਉਂਕਿ ਜੇ ਦੇਖਿਆ ਸੁਨੀਲ ਜਾਖੜ ਨੇ ਵੀ ਪੋਲਾਂ ਖੋਲ੍ਹਣੀਆਂ ਸ਼ੁਰੂ ਕਰਤੀਆਂ ਕਾਂਗਰਸ ਦੇ। ਤੁਹਾਨੂੰ ਪਤਾ ਨਵਜੋਤ ਬਨਾਮ ਜਿਹੜਾ ਕੈਪਟਨਸੀ ਖਤਮ ਹੋ ਗਈ। ਨਹੀਂ, ਦੇਖੋ, ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਲੜਾਈ ਸਿਰਫ ਕੁਰਸੀ ਦੀ ਸੀ, ਮੁੱਦਿਆਂ ਦੀ ਨਹੀਂ ਸੀ। ਕਿਉਂਕਿ ਉਹ ਲੋਕ ਜਿਹੜੇ ਜਿਹਨੂੰ ਕਹਿੰਦੇ ਚੋਰਾਂ ਦੀ ਬਰਾਤ, ਉਹ ਤਾਂ ਸਾਰੀ ਹੁਣ ਇੱਧਰ ਮਗਰ ਖਲੋਤੀ ਹੈ। ਹੁਣ ਇਹ ਠੀਕ ਹੋ ਗਏ ਸਾਰੇ ਜਿਹੜੇ ਭੱਜ ਗੱਡੀਆਂ ਚਲਾ ਰਹੇ ਆ, ਜਿਹੜੇ ਡਰਾਮਾ ਕਰ ਰਹੇ, ਕੰਮ ਤਾਂ ਸਾਰਾ 4-4.5 ਸਾਲ ਉਹਨਾਂ ਨੇ ਗਾਹ ਪਾ ਛੱਡਿਆ। ਦੇਖੋ, ਤੁਸੀਂ ਅੱਜ ਮੁੱਖ ਮੰਤਰੀ ਦਾ ਜ਼ਿੰਮੇਵਾਰ ਹੈ ਹੀ, ਮਗਰ ਜਿਹੜੇ ਉਹਦੇ ਨਾਲ 18 ਕੈਬਨਿਟ ਦਾ ਵਜ਼ੀਰ ਸਨ ਜਾਂ ਜਿਹੜੇ 70-75-80 MLA ਸੀ, ਜਿਹੜੇ ਕੱਲ ਤੱਕ ਕਹਿੰਦੇ ਸੀ ਕਿ ਸਾਡਾ ਕੈਪਟਨ ਪੰਜਾਬ ਦਾ ਇੱਕੋ ਕੈਪਟਨ, ਅੱਜ ਜੇ ਉਹ ਇੱਧਰ ਆ ਗਏ ਤੇ ਕੀ ਉਹਨਾਂ ਦੇ ਕਾਰਨਾਮਿਆਂ ਤੇ ਪਰਦੇ ਪੈ ਜਾਣਗੇ? ਇਸ ਲਈ ਇਹ ਸਾਰੇ ਮੁੱਦੇ ਐਜ਼ ਇਟ ਇਜ਼ ਸਟੈਂਡ ਕਰ ਰਹੇ ਆ। ਔਰ ਸਿਰਫ ਇਹ ਫਰਕ ਪੈ ਗਿਆ ਕਿ ਹੁਣ ਸਰਪ੍ਰਸਤੀ ਪੱਪੂ ਦੀ, ਰਾਹੁਲ ਗਾਂਧੀ ਦੀ ਤੇ ਉਹਨਾਂ ਦੇ ਬਣਾਏ ਇੱਕ ਜੋਕਿੰਗ ਪ੍ਰੈਜ਼ੀਡੈਂਟ ਤੇ 4 ਵਰਕਿੰਗ ਪ੍ਰੈਜ਼ੀਡੈਂਟ ਵੀ ਹੁਣ ਉਹਨਾਂ ਨੂੰ ਸਰਪ੍ਰਸਤੀ ਦੇਣਗੇ। ਤਪਨ ਨੂੰ ਗੱਡੀ ਚੋਂ ਕੱਢ ਕੇ ਲੈ ਕੇ ਸਵਾਲ ਸੁਣ ਲਈਏ ਫਿਰ। ਸੁਨੀਲ ਜਾਖੜ ਜਿਹੜੇ ਹੈਗੇ ਉਹ ਕਿਉਂ ਬਾਹਰ ਆ ਗਏ ਨੇ ਇਸ ਵਕਤ? ਜਿਹੜੀਆਂ ਸਾਰੀਆਂ ਪੋਲਾਂ ਖੋਲ੍ਹਣ ਤੇ ਲੱਗੇ ਹੋਏ ਨੇ, ਰਾਣਾ ਗੁਰਮੀਤ ਸਿੰਘ ਸੋਢੀ ਹੁਣ ਯਾਦ ਆ ਰਹੇ ਨਹੀਂ, ਦੇਖੋ, ਸੱਚੀ ਗੱਲਾਂ ਨੇ, ਚੰਗੀਆਂ ਨੇ, ਬੜਾ ਕੁਝ ਆਊਗਾ। ਪਹਿਲਾਂ ਤਾਂ ਪ੍ਰਧਾਨ ਕਰਕੇ ਗੱਲ ਦੱਬ ਕੇ ਰੱਖਦੇ ਸੀ, ਹੁਣ ਫਾਰਗ ਨੇ ਉਸ ਡਿਊਟੀ ਤੋਂ। ਸਰ ਨਵਜੋਤ ਸਿੰਘ ਸਿੱਧੂ ਤੋਂ ਮੀਡੀਆ ਕਿਉਂ ਡਰਦੇ ਆ? ਦੂਰੀ ਬਣਾ ਕੇ ਰੱਖਦੇ। ਕੱਲ ਮੀਟਿੰਗ ਸੀ ਚੰਡੀਗੜ੍ਹ, ਉਹ ਕਾਰਜਕਾਰੀ ਤੁਹਾਨੂੰ ਇੱਕ ਦਾ ਜਵਾਬ ਨਹੀਂ ਦੇਣਾ ਉਹਨੇ, ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਕਿਉਂਕਿ ਤੁਹਾਡੇ ਸਵਾਲ ਹੋਣੇ ਸਿੱਧਰੇ ਪੱਧਰੇ।
ਤੇ ਉਹਨਾਂ ਦਾ ਜਵਾਬ ਹੈ ਕੋਈ ਨਹੀਂ। ਜਿਹੜੇ ਸਰ, ਕਾਂਗਰਸ ਹੀ ਕਹਿ ਰਹੇ ਨੇ ਸਰ ਸਰ, ਇਹਦੇ ਪ੍ਰਧਾਨ ਬਣਨ ਦੇ ਨਾਲ ਇੱਕ ਤਾਂ ਤੁਸੀਂ ਦੱਸਿਓ ਤਕਰਾਰਬਾਜ਼ੀ ਵਾਲੀ ਸਿਆਸਤ ਨਹੀਂ ਸ਼ੁਰੂ ਹੋ ਗਈ, ਜਿਵੇਂ ਜਿੱਦਾਂ ਦੇ ਬਿਆਨ ਆਉਣ ਲੱਗ ਪਏ, ਜਿੱਦਾਂ ਸੁਖਪਾਲ ਭੁੱਲਰ ਨੇ ਦਿੱਤਾ ਜਾਂ ਹੋਰ ਹਲਕਿਆਂ ਦੇ ਵਿੱਚ ਬੂਟੇ ਮਾਰ ਕੇ ਕਰਨ ਲੱਗ ਪਏ ਆ, ਇਹ ਜਿਹੜੀ ਔਨ ਰਿਐਲਿਟੀ ਦੇਖ ਰਹੀ, ਤੁਸੀਂ ਕੀ ਕਹਿੰਦੇ ਹੋ? ਉਹ ਯਾਰ ਜਦੋਂ ਉਹਨਾਂ ਦਾ ਆਪ ਦਾ ਇਹ ਜਿਹੜਾ ਉਹਨਾਂ ਦਾ ਜੋਕਿੰਗ ਪ੍ਰੈਜ਼ੀਡੈਂਟ ਹੈ, ਤੁਸੀਂ ਕਦੇ ਅੱਜ ਤੱਕ ਮੈਨੂੰ ਲੱਗਦਾ ਤੁਸੀਂ ਜ਼ਿੰਦਗੀ 'ਚ ਇਹੋ ਜਿਹਾ ਪ੍ਰਧਾਨ ਨਹੀਂ ਵੇਖਿਆ ਹੋਣਾ ਕੀ ਕਰਦੇ, ਕਿਵੇਂ ਥੁੱਕ ਲਾਉਂਦਾ ਸੀ। ਮੈਨੂੰ ਲੱਗਦਾ ਤੁਸੀਂ ਇਹ ਜਿਹਾ ਸੀਨ ਸੱਚੀ ਦੱਸ ਦਿਓ, ਚਲੋ ਦਿਲ ਤੇ ਹੱਥ ਰੱਖ ਕੇ, ਤੁਸੀਂ ਇਹ ਜਿਹਾ ਸੀਨ ਆਪਦੀ ਜ਼ਿੰਦਗੀ 'ਚ ਕਿਤੇ ਵੇਖਿਆ? ਆਪਾਂ ਤਾਂ ਨਹੀਂ ਵੇਖਿਆ। ਮੈਂ ਕਹਿੰਦਾ ਅਮਰੀਕਾ ਫੇਲੋ, ਜਿੱਥੇ ਮਰਜ਼ੀ ਫੇਲੋ, ਉਹ ਧੰਨ ਨਾ ਜਾਖੜ ਜਿਹੜਾ ਥੁੱਕ ਨਾਲ ਭਰਤਾ ਫੇਰ ਵੀ ਹਲੇ ਹੌਸਲੇ ਨਾਲ ਬੈਠਿਆ। ਮਤਲਬ ਇਧਰਲਾ ਵੀ ਜਦਾਇਆ ਕਰੂ ਨਾ, ਇਧਰ ਵਾਲਾ ਤੁਹਾਡਾ ਐਮਐਲਏ, ਇਹਨੂੰ ਵੀ ਨਵਾ ਧਵਾ ਕੇ ਫੇਰ ਗਈ ਭਾਊ ਇੱਧਰ ਆਵੀਂ। ਇੱਕ ਪਾਸੇ ਤਾਂ ਆਪਾਂ ਕਹਿੰਦੇ ਮੂੰਹ ਢੱਕ ਕੇ ਰੱਖੋ, ਕਰੋਨਾ ਉਹ ਨਾ ਹੋ ਜੇ, ਉਹ ਛੜਿਆ ਵੀ ਥੁੱਕੀ ਜਾਂਦਾ, ਪਤਾ ਨਹੀਂ ਕੀ ਕ੍ਰਾਈਟੇਰੀਆ ਨੇ। ਵਧੇਗੀ ਸਿਆਸਤ ਦੇ ਵਿੱਚ ਇਹ ਗੱਲ ਕਹਿ ਰਹੇ ਨਹੀਂ ਤਾਂ ਵਧੇਗੀ, ਵੱਧ ਗਈ ਕੰਮ ਤਾਂ ਰੌਲਾ ਤਾਂ ਵਧਣਾ ਹੀ ਵਧਣਾ। ਸੱਚ ਸਾਹਮਣੇ ਆਊ, ਮਗਰ ਹੁਣ ਜਿਹੜਾ ਲੁਕਾਉਂਦੇ ਸੀ ਨਾ ਕਲੀਨ ਚਿੱਟਾਂ, ਹੁਣ ਨਹੀਂ ਦਿੱਤੀਆਂ ਜਾਣੀਆਂ ਕਲੀਨ। ਦੇਖੋ ਹਲੇ ਦਿਨ ਕਿੰਨੇ ਹੋਏ ਆ, ਰਾਣਾ ਸੋਢੀ ਦਾ ਆ ਗਿਆ ਸਾਹਮਣੇ, ਜੱਗ ਜ਼ਾਹਿਰ ਹੈ। ਇਹਨਾਂ ਤੇ ਤਾਂ ਮਤਲਬ ਕਾਰਵਾਈ ਹੋਣੀ ਚਾਹੀਦੀ ਸੀ, ਕਈਆਂ ਨੇ ਜਿਨ੍ਹਾਂ ਤੇ ਪਰਦੇ ਪੈ ਗਏ। ਯਾਰ ਇੱਕ ਮਹਿਕਮੇ ਦਾ ਵਜ਼ੀਰ, ਇੰਡਸਟਰੀ ਦਾ ਮਿਨਿਸਟਰ 400 ਕਰੋੜ ਖੁਰਤ-ਬੁਰਤ ਕਰ ਜੇ, ਕੀ ਉਹ ਤੇ ਕਾਰਵਾਈ ਨਹੀਂ ਬਣਦੀ? ਮਾਈਨਿੰਗ ਮਾਫੀਆ ਦੇ ਹਜ਼ਾਰਾਂ ਕਰੋੜ ਖੁਰਤ-ਬੁਰਤ ਹੋ ਗਿਆ, ਕੀ ਕਾਰਵਾਈ ਨਹੀਂ ਬਣਦੀ? ਸ਼ਰਾਬ ਮਾਫੀਆ ਦੀ ਕੈਬਨਿਟ 'ਚ ਰੌਲਾ ਪੈ ਜੇ, ਮਗਰ ਬਾਹਰ ਆ ਕੇ ਉਹ ਤੋਂ ਖੁਰਤ-ਬੁਰਤ ਕਰਤਾ ਜਾਵੇ। ਇਸੇ ਤਰ੍ਹਾਂ ਆ ਜਿਹੜਾ ਐਮਐਲਏ ਜਿਹੜਾ ਕਹਿੰਦਾ ਸੀ ਹੁਣ ਇਸ ਤਰ੍ਹਾਂ ਛਿੱਕਾ ਵੱਜੂ, ਉਹ ਦਰਸ਼ਨ ਬਰਾੜ, ਹੁਣ ਹੁਣ ਦੱਸੇ ਕਿਸ ਤਰ੍ਹਾਂ ਵੱਜੂ? ਦੇਖੋ ਕਿਸੇ ਨੂੰ ਤੁਸੀਂ ਕੋਈ ਦੇਖੋ ਸਧਾਰਨ ਬੰਦਾ ਇੱਥੇ ਫੋਰੈਸਟ ਲੈਂਡ 'ਚ ਕੋਈ ਚੀਜ਼ ਬਣਾ ਕੇ ਵਿਖਾਵੇ, ਉਹਨੇ ਫੋਰੈਸਟ ਲੈਂਡ 'ਚ ਕ੍ਰਸ਼ਰ ਵੀ ਲਾਇਆ। ਉਹ ਜਿਸ ਦਿਨ ਅਸੀਂ ਰੇਡ ਕੀਤੀ ਉਸ ਦਿਨ ਕਿਵੇਂ ਭੱਜੇ ਉੱਥੋਂ ਸਾਰੇ ਰਾਹ 'ਚ, ਵੇਖੋ ਬਦਮਾਸ਼ੀ ਕਿਸ ਲੈਵਲ ਦੀ ਕੀਤੀ ਕਿ ਰਾਹ ਪੁੱਟ ਤੇ ਪੰਚਾਇਤੀ ਰਾਹ। ਔਰ ਉਸ ਤੇ 2020 ਦਾ ਸਰਕਾਰੀ ਮਹਿਕਮੇ ਨੇ 1.5 ਕਰੋੜ ਦਾ ਉੱਤੇ ਉਹ ਪਾਇਆ ਹੋਇਆ ਪੈਨਲਟੀ, ਉਹ ਨਹੀਂ ਅੱਜ ਤੱਕ ਦਿੱਤੀ, ਬਲਕਿ ਉੱਤੋਂ ਕ੍ਰਸ਼ਰ ਚਲਾਈ ਗਿਆ। ਉਹ ਪੈਨਲਟੀ ਨੂੰ ਕਰਦੇ ਕਰਦੇ ਕ੍ਰਿਮੀਨਲ ਪਰਚੇ ਕਿਉਂ ਨਹੀਂ ਦਰਜ ਹੋ ਰਹੇ? ਪਰਚਾ ਹੋ ਰਿਹਾ ਤੁਹਾਡੇ ਪਾਰਟੀ ਦੇ? ਹਾਂਜੀ ਪਰਚਾ ਹੋ ਰਿਹਾ ਪ੍ਰਧਾਨ? ਹਾਂ, ਪਰ ਪਰਚੇ ਸਾਡੇ ਤੇ ਦੇਤੇ। ਹੁਣ ਸਾਨੂੰ ਤਾਂ ਕੋਈ ਨਹੀਂ, ਸਾਡੇ ਤੇ 100 ਦੇ ਦਿਓ, ਮਗਰ ਅਸਲੀਅਤ ਤਾਂ ਸਾਹਮਣੇ ਆ ਗਈ, ਹੁਣ ਹੋ ਗਏ ਨਾ। ਇਸ ਲਈ ਭਰਾ ਲੈ ਹੌਲੀ ਹੌਲੀ ਦੇਖ ਅੱਗੇ ਹੁੰਦਾ ਕੀ ਹੈ। ਕਾਂਗਰਸੀ ਕਹਿ ਰਹੇ ਜੀ ਕਿ ਇਸ ਵੇਲੇ ਜਿਹੜੇ ਇਲੈਕਸ਼ਨ ਨੇੜੇ ਆ ਗਏ ਨੇ, ਜਿਹਦੇ ਕਾਰਨ ਕਾਂਗਰਸੀ ਹਾਈਕਮਾਂਡ ਦੀ ਮਜਬੂਰੀ ਬਣ ਗਈ ਸੀ ਕਿ ਸਿੱਧੂ ਨੂੰ ਪ੍ਰਧਾਨ ਬਣਾ। ਦੇਖੋ ਕੀ ਹੋਰ ਕੀ ਚਾਹੀਦਾ ਇਹਨਾਂ ਨੇ, ਉਹਨੂੰ ਇਹਦੇ ਗੁਰੂ ਨੂੰ ਵੀ ਤਾਂ ਖੁਸ਼ ਰੱਖਣਾ। ਉਹ ਗੁਰੂ ਦਾ ਇੱਕ ਨਵਾਂ ਇੱਕ ਹੋਰ ਗੁਰੂ ਸੌਦਾ ਸਾਧ, ਜਿਹਦੇ ਅੱਗੇ ਫੋਟੋ ਤਾਂ ਵੇਖੀ ਹੋਣੀ ਤੁਸੀਂ, ਇਸ ਤਰ੍ਹਾਂ ਹੱਥ ਜੋੜੀ ਖੜਾ ਸੀ, ਉਹਦੇ ਅੱਗੇ ਆਸ਼ੀਰਵਾਦ ਲੈਂਦਾ। ਇਸ ਲਈ ਨਵਜੋਤ 3 ਸਾਲ ਲਾਇਆ ਇਹਨਾਂ ਨੇ ਜੋਕਿੰਗ ਪ੍ਰੈਜ਼ੀਡੈਂਟ, ਬਾਕੀ ਲਾਇਆ ਵਰਕਿੰਗ ਪ੍ਰੈਜ਼ੀਡੈਂਟ। ਇਹਨਾਂ ਨੇ ਤਾਂ ਲੱਲੀਆਂ ਟੱਪੀਆਂ ਮਾਰੀ ਜਾਣੀਆਂ, ਲੋਕਾਂ ਦੇ ਢਿੱਡ ਤਾਂ ਨਹੀਂ ਤਾਂ ਭਰਦੇ। ਸਾਹਿਬ ਨੇ ਬਿਆਨ ਦਿੱਤਾ ਕਿ ਕਿਸਾਨਾਂ ਕੋਲ ਕੋਈ ਵਿਜ਼ਨ ਨਹੀਂ ਹੈਗਾ, ਗੱਲ ਕੀ ਕਰੀਏ ਉਹਨਾਂ ਨਾਲ, ਉਸ ਬਾਰੇ ਕੀ ਕਹਿੰਦੇ? ਦੇਖੋ ਦੋ ਗੱਲਾਂ ਨੇ ਜੀ ਇਹਦੇ ਤੇ। ਪਹਿਲਾ ਗੱਲ ਤਾਂ ਕੱਲ ਜਿਹੜਾ ਕਾਂਗਰਸ ਦੇ ਪੱਪੂ ਨੇ ਟਰੈਕਟਰ ਚਲਾਇਆ, ਚਲੋ ਤੁਸੀਂ ਟਰੈਕਟਰ ਚਲਾਓ, ਭਾਵੇਂ ਬੈਲ ਗੱਡੀ ਚਲਾਓ, ਜੋ ਮਰਜ਼ੀ ਕਰੋ, ਮਗਰ ਤੁਸੀਂ ਉਸ ਦਿਨ ਗੈਰ ਹਾਜ਼ਰ ਕਿਉਂ ਸੀ? ਜਿਸ ਦਿਨ ਇਹ ਬਿੱਲ ਪਾਸ ਹੋਣੇ ਸੀ ਉਸ ਦਿਨ ਇਹ ਕਾਂਗਰਸ ਦੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕਿਉਂ ਭੱਜੇ ਦੇਸ਼ ਛੱਡ ਕੇ? ਔਰ ਇਹਨਾਂ ਨੇ ਆਪਣੇ ਐਮਪੀਆਂ ਨੂੰ ਵਿਪ ਕਿਉਂ ਨਹੀਂ ਜਾਰੀ ਕੀਤੀ ਉਸ ਦਿਨ ਕਿ ਤੁਸੀਂ ਇਹਦਾ ਵਿਰੋਧ ਕਰਨਾ? ਇਹ ਵਾਕਆਊਟ ਕਰ ਗਏ। ਔਰ ਉਹੀ ਕੰਮ ਰਾਜ ਸਭਾ 'ਚ ਹੋਇਆ। ਯੂਪੀਏ ਕਾਂਗਰਸ ਲੈਡ ਅਲਾਇੰਸ ਦੀ ਗਿਣਤੀ ਐਨਡੀਏ ਨਾਲੋਂ ਉਸ ਦਿਨ ਵੱਧ ਸੀ। ਬਿੱਲ ਸਿਰਫ ਇਸ ਲਈ ਪਾਸ ਹੋਏ ਰਾਜ ਸਭਾ 'ਚ ਕਿਉਂਕਿ ਕਈ ਕਾਂਗਰਸੀ ਗੈਰ ਹਾਜ਼ਰ ਹੋ ਗਏ। ਉਸ ਦਿਨ ਰਾਹੁਲ ਗਾਂਧੀ ਸੋਨੀਆ ਗਾਂਧੀ ਨੇ ਵਿਪ ਜਾਰੀ ਕਿਉਂ ਨਾ ਕੀਤਾ? ਅੱਜ ਤੁਸੀਂ ਟਰੈਕਟਰ ਚਲਾ ਲਓ, ਜੋ ਮਰਜ਼ੀ ਕਰ ਲਓ, ਲੋਕੀ ਇਸ ਤਰ੍ਹਾਂ ਮੂਰਖ ਨਹੀਂ ਬਣਾਏ ਜਾਣੇ। ਔਰ ਦੂਜੀ ਗੱਲ, ਜੋ ਤੋਮਰ ਸਾਹਿਬ ਦੀ ਜਾਂ ਇਸ ਤੋਂ ਪਹਿਲਾਂ ਬੀਬੀ ਲੇਖੀ ਦੀ ਜੋ ਬਿਆਨਬਾਜ਼ੀ ਆ ਰਹੀ ਹੈ ਕਿਸਾਨਾਂ ਪ੍ਰਤੀ, ਦੇਸ਼ ਦੇ ਅੰਨਦਾਤਾ ਪ੍ਰਤੀ, ਉਹ ਬਹੁਤ ਹੀ ਨਿੰਦਣਯੋਗ ਹੈ। ਔਰ ਭਾਜਪਾ ਦੀ ਮਾਨਸਿਕਤਾ ਇਸ ਗੱਲ ਤੋਂ ਬਾਹਰ ਨਿਕਲ ਕੇ ਆਉਂਦੀ ਹੈ ਕਿ ਇੱਕ ਪਾਸੇ ਗੱਲ ਕਰਦੇ ਆ ਤੇ ਦੂਜੇ ਪਾਸੇ ਜਦ ਗੱਲ ਇਹਨਾਂ ਨੂੰ ਮੁਕਾਈ ਨਹੀਂ ਜਾਂਦੀ, ਫਿਰ ਇਹਨਾਂ ਨੂੰ ਕਦੇ ਵਿਚੋਲੀਆ, ਕਦੇ ਅੱਤਵਾਦੀ, ਕਦੇ ਖਾਲਿਸਤਾਨੀ, ਕਦੇ ਕੁਛ। ਇਹੋ ਜਿਹਾ ਕੰਮ ਇਹਨਾਂ ਨੂੰ ਨਾ ਕਰਦੇ ਹੋ। ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ।
ਠੀਕ ਹੈ ਜੀ। ਇੱਕ ਕੱਲ ਨੌਕਰੀਆਂ ਦੇ ਦਿੱਤੀਆਂ ਉਹਨਾਂ ਨੂੰ ਜੀ, ਜੋੜਾ ਪਾੜੇ ਵਾਲਿਆਂ ਨੂੰ ਪੰਜਾਬ ਸਾਰਿਆਂ ਨੂੰ ਨਹੀਂ ਮਿਲੀਆਂ, 34 ਨੂੰ ਦੇ ਦਿੱਤੀ। 34 ਪਰਿਵਾਰਾਂ ਦੇਖੋ, ਮੈਨੂੰ ਪਹਿਲਾਂ ਤਾਂ ਇਸ ਮਸਲੇ ਦੀ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਲੰਮਾ ਸਮਾਂ ਲੜਾਈ ਲੜੀ ਸੀ ਔਰ ਸਾਰੇ ਪਰਿਵਾਰਾਂ ਨੂੰ ਨੌਕਰੀ ਮਿਲਣੀ ਚਾਹੀਦੀ। ਚਲੋ ਕੁਛ ਨੂੰ ਮਿਲੀ, ਇਹ ਮੈਂ ਸਮਝਦਾ ਕਿ ਸਾਡੇ ਵਰਕਰਾਂ ਦੀ ਜਿਹੜੇ ਉਸ ਹਲਕੇ 'ਚ ਜਿਨ੍ਹਾਂ ਨੇ ਪੈਰਵਾਈ ਕੀਤੀ ਆ, ਇਹ ਉਹਨਾਂ ਦੀ ਇੱਕ ਕਿਸਮ ਦੀ ਉਹਨਾਂ ਦੀ ਸੁਣਵਾਈ ਹੋਈ ਆ। ਮਗਰ ਅਫਸੋਸ ਇਸ ਗੱਲ ਦਾ ਕਿ ਜਿਹੜਾ ਉਸ ਵੇਲੇ ਹੁਣ ਪਤਾ ਨਹੀਂ ਠੋਕੋ ਤਾਲੀ ਕਹੀਏ ਕਿ ਠੁੱਕ ਸਿੱਟਣ ਵਾਲਾ ਪ੍ਰਧਾਨ ਕਹੀਏ, ਉਹਨੇ ਕਿਹਾ ਸੀ ਕਿ ਮੈਂ ਇਹਨਾਂ ਨੂੰ ਗੋਦ ਲਵਾਂ, ਬੱਚਿਆਂ ਨੂੰ। ਕਿੰਨਿਆਂ ਨੂੰ ਗੋਦ ਲਿਆ ਜੀ? ਇੱਕ ਨੂੰ ਨਹੀਂ। ਮੈਂ ਇਹਨਾਂ ਦੀ ਸਾਰੀ ਐਜੂਕੇਸ਼ਨ ਦੇ ਪੈਸੇ ਦਊਂ, ਕਿੰਨਿਆਂ ਨੂੰ ਦਿੱਤਾ ਜੀ? ਇੱਕ ਨੂੰ ਨਹੀਂ। ਜਿਹੜੇ ਦੇਖੋ ਕਿਸੇ ਦੀ ਸਾਰੀ ਜ਼ਿੰਦਗੀ ਜਿਨ੍ਹਾਂ ਦੀ ਕਮਾਉਣ ਵਾਲਾ ਇਨਸਾਨ ਉਹਨਾਂ ਦੇ ਪਰਿਵਾਰ ਦਾ ਚਲੇ ਜਾਵੇ, ਮੌਕੇ ਦੀ ਨਜ਼ਾਕਤ ਦਾ ਫਾਇਦਾ ਉਠਾਓ। ਉਹ ਤਾਂ ਵੈਸੇ ਤਸਵੀਰ ਉਦੋਂ ਹੀ ਸਪਸ਼ਟ ਹੋ ਗਈ ਜਦੋਂ ਇਹਨਾਂ ਨੇ ਕੈਂਡਲ ਮਾਰਚ ਕੀਤਾ ਸੀ ਤੇ ਸਾਰੇ ਕਾਂਗਰਸੀ ਵਿੱਚੇ ਥੁੱਕ ਸੱਟਣ ਵਾਲਾ ਤੇ ਵਿੱਚੇ ਜਾਖੜ ਹੋਰੀ ਸਾਰੇ ਦੰਦੀਆਂ ਕੱਢਦੇ ਸੀ। ਉਦੋਂ ਹੀ ਇਹਨਾਂ ਦੀ ਮਾਨਸਿਕਤਾ ਬਾਹਰ ਨਿਕਲ ਆ ਗਈ ਸੀ ਕਿ ਇਹਨਾਂ ਨੇ ਕਰਨਾ ਕਰਾਉਣਾ ਕੁਛ ਨਹੀਂ। ਚਲੋ ਅੱਜ ਜੇ ਕੈਪਟਨ ਸਾਹਿਬ ਨੇ ਇਹਨਾਂ ਨੂੰ ਨੌਕਰੀ ਦੇ ਦਿੱਤੀ ਹੈ, ਮੈਂ ਕੈਪਟਨ ਸਾਹਿਬ ਨੂੰ ਅਪੀਲ ਕਰਦਾ ਕਿ ਨੌਕਰੀ ਨਾਲ ਇਕੱਲੇ ਨਾਲ ਮਸਲਾ ਹੱਲ ਨਹੀਂ ਹੋਣਾ, ਬਾਕੀਆਂ ਨੂੰ ਵੀ ਦਿਓ। ਜੋ ਆਰਥਿਕ, ਜੋ ਉਹਨਾਂ ਦੀ ਟਰਾਮਾਟਾਈਜ਼ਡ ਹੋਇਆ, ਜੋ ਉਹਨਾਂ ਦੀ ਦਿਮਾਗੀ ਨੁਕਸਾਨ ਹੋਇਆ, ਆਰਥਿਕ ਨੁਕਸਾਨ ਹੋਇਆ, ਉਸ ਦੀ ਵੀ ਭਰਪਾਈ ਕਰੋ। ਔਰ ਜੋ ਗੱਲ ਕਹੀ ਗਈ ਸੀ ਕਿ ਮੈਂ ਐਜੂਕੇਸ਼ਨ ਦਾ ਖਰਚਾ, ਮੈਂ ਇਹਨਾਂ ਨੂੰ ਗੋਦ ਲਵਾਂਗਾ, ਮੈਂ ਕਿਉਂਕਿ ਕਈ ਪਰਮਨੈਂਟਲੀ ਡਿਸੇਬਲ ਹੋ ਗਏ ਆ, ਕੁਝ ਕਰਨ ਜੋਗੇ ਨਹੀਂ, ਉਹਨਾਂ ਨੂੰ ਕੁਝ ਨਹੀਂ ਮਿਲਿਆ। ਉਹਨਾਂ ਦੇ ਵਾਸਤੇ ਕਿਵੇਂ ਸਰਕਾਰ ਬਾਂਹ ਫੜੂਗੀ? ਇੱਕ ਤਾਂ ਹੋਵੇ ਤੇ ਜਿਨ੍ਹਾਂ ਦੇ ਕਰਕੇ ਹਾਦਸਾ ਵਾਪਰਿਆ ਉਹ ਅੱਜ ਤੱਕ ਕ੍ਰਿਮੀਨਲ ਐਕਸ਼ਨ ਨੂੰ escape ਕਰ ਰਹੇ, ਉਹਨਾਂ ਦੀ ਅੱਜ ਵੀ ਮਦਦ ਕੀਤੀ ਜਾ ਰਹੀ। ਉਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਹੋਵੇ ਕਿ ਗਾਂ ਕੋਈ ਇਹੋ ਜਿਹੀ ਗਲਤੀ ਨਾ ਕਰੇ ਕਿ ਕਿਵੇਂ ਬਗੈਰ ਪਰਮਿਸ਼ਨ ਤੋਂ ਰੇਲਵੇ ਫਾਟਕ ਦੇ ਨੇੜੇ ਦੁਸ਼ਹਿਰਾ ਮਨਾਉਣ ਦਿੱਤਾ ਗਿਆ, ਕਿਵੇਂ ਉੱਥੇ ਪੁਲਿਸ ਪਹੁੰਚ ਗਈ, ਕਿਵੇਂ ਉੱਥੇ ਫਾਇਰ ਬ੍ਰਿਗੇਡ ਪਹੁੰਚ ਗਏ। ਇਹ ਮਹਿਕਮੇ ਜਿਵੇਂ ਸਾਰੀ ਰਲੀ ਮਿਲੀ ਭੁੱਖ ਸੀ, ਉਹਦੇ ਤੇ ਕਾਰਵਾਈ ਜੇ ਹੋਊਗੀ ਤੇ ਗਾਂ ਕੋਈ ਇਹੋ ਜਿਹੀ ਗਲਤੀ ਨਹੀਂ ਕਰੂਗਾ, ਨਹੀਂ ਤਾਂ ਹਾਦਸਾ ਤਾਂ ਫੇਰ ਵਾਪਰ ਜੂ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਪ੍ਰਧਾਨ ਬਣਾਉਣ ਤੋਂ ਬਾਅਦ ਭਗਵੰਤ ਮਾਨ ਬਹੁਤ ਖੁਸ਼ ਆ ਜੀ। ਸਾਰੀ ਖੁਸ਼ ਆ ਭਰਾ। ਸਰ, ਜਿਹੜੀ ਸਿੱਧੂ ਤੇ ਕੈਪਟਨ ਦੇ ਵਿਚਕਾਰ ਇੱਕ ਤਕਰਾਰ ਚੱਲਦੀ ਪਈ ਸੀ, ਉਹ ਕੁਰਸੀ ਦੀ ਤਕਰਾਰ ਸੀ ਜਾਂ ਫਿਰ ਪੰਜਾਬ ਦੇ ਮੁੱਦਿਆਂ ਦੀ ਤਕਰਾਰ ਸੀ? ਤੁਹਾਨੂੰ ਕੀ ਲੱਗਦਾ? ਦਿਲ ਤੇ ਹੱਥ ਰੱਖ ਕੇ। ਹਾਂਜੀ, ਦਿਲ ਤੇ ਹੱਥ ਰੱਖ ਕੇ ਤੈਨੂੰ ਕੀ ਲੱਗਦਾ? ਤੁਸੀਂ ਦੱਸੋ ਸਰ। ਤੈਨੂੰ ਕੀ ਲੱਗਦਾ? ਜਿਹੜੇ ਸਾਰੇ ਹੱਸੇ ਤੇ ਤੁਸੀਂ ਲਾਏ, ਉਹਨੂੰ ਕੁਰਸੀ ਦੀ ਲੱਗਦੀ ਹੈ। ਸਾਰੇ ਜਿਹੜੇ ਹੱਸੇ ਹੋ ਨਾ ਤੁਸੀਂ ਵੀ ਸਮਝਦੇ ਹੋ, ਸੁਣਨਾ ਮੇਰੇ ਮੂੰਹੋਂ ਚਾਹੁੰਦੇ ਹੋ। ਮਸਲਾ ਤਾਂ ਕੱਲਾ ਕੁਰਸੀ ਦਾ ਸੀ। ਅੱਜ ਉਹੀ ਤਾਂ ਜਿਹੜੇ ਜਿਨ੍ਹਾਂ ਦੇ ਖਿਲਾਫ ਇਲਜ਼ਾਮ ਸੀ ਨਾ, ਉਹ ਜਿਹੜਾ ਆਲਾ ਦੁਆਲਾ ਟੋਲੀ ਤੁਰੀ ਫਿਰਦੀ ਆ, ਉਹ 4.5 ਸਾਲ ਪਹਿਲਾਂ ਤਾਂ ਮਲਾਈ ਦੂਜੇ ਪਾਸੇ ਖਾਂਦੇ ਰਹੇ, ਹੁਣ ਇੱਧਰ ਆ ਕੇ ਪਵਿੱਤਰ ਹੋ ਗਏ। ਇੱਥੇ ਕਿਹੜੀ ਇਹੋ ਜਿਹੀ ਬਖਸ਼ਿਸ਼ ਹੈ ਜਿਹੜੀ ਇਹਨੇ ਕਰਤੀ ਹੈ? ਇਕੱਲਾ ਥੋਕੀ ਛੱਡਦਾ, ਹੋਰ ਤਾਂ ਕੱਖ ਨਹੀਂ ਕਰਦਾ। ਇਸ ਲਈ ਭਰਾ ਇਹ ਕੰਮਾਂ 'ਚ ਕੀ ਕੰਮ ਤੁਸੀਂ ਸਵਾਲ ਪੁੱਛਦੇ? ਤੁਹਾਨੂੰ ਵੀ ਪਤਾ ਪੰਜਾਬ ਦੇ ਮੁੱਦੇ ਨੌਕਰੀਆਂ ਦੇ ਉੱਥੇ ਜਿਹੜੇ ਪੰਜਾਬ ਦੇ ਕੱਚੇ ਮੁਲਾਜ਼ਮ ਸੀ ਪੱਕੇ ਕਰਨੇ, ਉਹ ਮੁੱਦੇ ਉੱਥੇ ਦੇ ਉੱਥੇ। ਕਿਸਾਨ ਦੇਖੋ ਅੱਜ ਇਹਨਾਂ ਨੇ ਕਰਤਾ। ਮੈਂ ਸੁਖਬੀਰ ਜੀ ਨੂੰ ਇਹ ਗੱਲ ਕਹੀ ਸੀ ਕਿ ਜਿੱਦਣ ਸਾਡੀ ਸਰਕਾਰ ਬਣੂਗੀ ਅਸੀਂ ਜਿੰਨੇ ਕਿਸਾਨੀ ਅੰਦੋਲਨ 'ਚ ਸ਼ਹੀਦ ਹੋਏ ਉਹਨਾਂ ਨੂੰ ਨੌਕਰੀ ਦੇਵਾਂਗੇ। ਇਹਨਾਂ ਨੇ ਵੀ ਐਲਾਨ ਕਰ ਅੱਜ ਹੁਣ ਇਹਨਾਂ ਨੇ ਐਲਾਨ ਕੀਤਾ, ਉਹ ਅੱਧਿਆਂ ਦਾ ਕੀਤਾ, ਅੱਧਿਆਂ ਦਾ ਨਹੀਂ ਕੀਤਾ, ਕਿਉਂਕਿ ਕਿਸਾਨ ਜਥੇਬੰਦੀਆਂ ਇਹਦੀ ਗਿਣਤੀ 400 ਤੇ 500 ਦੇ ਵਿੱਚ ਕਹਿੰਦੀ। ਮੈਂ ਇਹਨਾਂ ਨੇ 200 ਕੁਝ ਕਿਹਾ ਸਰਕਾਰ, ਬਾਕੀਆਂ ਦਾ ਨਹੀਂ ਕੀਤਾ, ਉਹ ਮੈਂ ਕਹਿ ਰਿਹਾ। ਮਗਰ ਨਾਲ ਹੀ ਕਾਂਗਰਸ ਨੇ ਜੇ ਹੁਣ ਇਹਨਾਂ ਨੂੰ ਅੱਜ ਕਿਸਾਨੀ ਤੇ ਤਰਸ ਆਇਆ ਤੇ ਚੋਣ ਮੈਨੀਫੈਸਟੋ ਜਦ ਤਲਵੰਡੀ ਸਾਬੋ ਦੀ ਧਰਤੀ ਤੇ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾਧੀ ਸੀ ਕਿ ਜੇ ਕੋਈ ਪਰਿਵਾਰ ਖੁਦਕੁਸ਼ੀ ਕੀਤੀ ਆ ਉਹਨਾਂ ਦਾ 10 ਲੱਖ ਮਾਫ, 10 ਲੱਖ ਮਦਦ ਦਿੱਤੀ ਜਾਊਗੀ, ਕਰਜ਼ਾ ਮਾਫ ਹੋਊਗਾ, ਇੱਕ ਜੀ ਨੂੰ ਨੌਕਰੀ ਦਿੱਤੀ ਜਾਊਗੀ, ਫਿਰ ਉਹਨਾਂ ਨੂੰ ਵੀ ਦਿਓ। ਪਿਕ ਐਂਡ ਚੂਜ਼ ਨਾ ਕਰੋ। ਅੱਜ ਉਹ 1500 ਤੋਂ ਵੱਧ 2000 ਬੰਦੇ ਹੋ ਗਏ ਜਿਨ੍ਹਾਂ ਨੂੰ ਨੌਕਰੀ, ਕਿਸਾਨਾਂ ਦੇ ਪਰਿਵਾਰ ਜਿਹੜੇ ਬਿਲਕੁਲ ਮਧਿਆਲੀ 'ਚ ਨੇ, ਉਹਨਾਂ ਨੂੰ ਵੀ ਦੇ ਦਿਓ ਫਿਰ। ਇਸ ਲਈ ਇਹ ਇਕੱਲਾ ਫॉर द ਸੇਕ ਆਫ ਪੋਲਿਟਿਕਸ ਗੱਡੀ ਨਹੀਂ ਚੱਲਣੀ। ਔਰ ਇਸੇ ਤਰ੍ਹਾਂ ਪੇ ਕਮਿਸ਼ਨ ਦੇ ਮੁੱਦੇ ਹੱਲ ਨਹੀਂ ਹੋ ਰਹੇ। ਇੱਕ ਪਾਸੇ ਤਾਂ ਕਹਿੰਦੇ ਸਾਡੇ ਫਰੰਟ ਲਾਈਨ ਵਾਰੀਅਰਸ ਨੇ, ਡਾਕਟਰ, ਉਹ ਤਾਂ ਧਰਨੇ ਤੇ ਬੈਠੇ। ਹਰ ਵਰਗ ਪੇ ਕਮਿਸ਼ਨ ਤੋਂ ਹੋ ਕੇ ਸੈਂਟਰਲ ਪੇ ਕਮਿਸ਼ਨ ਖਤਮ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ,
ਇਸੇ ਤਰ੍ਹਾਂ ਬੇਰੋਜ਼ਗਾਰੀ ਭੱਤਾ, ਇਹ ਤਾਂ ਬੜੇ ਹੀ ਮੁੱਦੇ ਨੇ। ਕਿਸਾਨੀ ਕਰਜ਼ਾ ਮਾਫੀ, ਉਹ ਸਾਰੇ ਮੁੱਦੇ ਐਜ਼ ਇਟ ਇਜ਼ ਖਲੋਤੇ, ਉਹਨਾਂ ਦਾ ਬਣਿਆ ਕੱਖ। ਕਿਸਾਨ ਸਿੱਧੂ ਦਾ ਵਿਰੋਧ ਕਰਦੇ ਨੇ। ਸਿੱਧੂ ਨੇ ਕਿਹਾ ਸੀ ਅਸੀਂ ਕਿਸਾਨਾਂ ਦੇ ਨਾਲ ਆ, ਲੇਕਿਨ ਜਿਹੜਾ ਪਿਆਸਾ ਉਹਨੂੰ ਖੂਹ ਦੇ ਕੋਲ ਆਉਣਾ ਪਏਗਾ, ਤੇ ਕਿਸਾਨਾਂ ਨੇ ਸਾਫ਼ ਕਹਿਤਾ ਵੀ ਖੂਹ ਅਸੀਂ ਜਾਂ ਪਿਆਸੇ ਤੁਸੀਂ ਉਹ ਸਾਡੇ ਕੋਲ ਆਓ। ਦੇਖੋ, ਸਭ ਤੋਂ ਪਹਿਲਾਂ ਤਾਂ ਉਹ ਜਿਹੜਾ ਮੀ ਟੂ ਮੰਤਰੀ ਹੈ ਚੰਨੀ, ਜਿਹੜਾ ਧੀਆਂ ਭੈਣਾਂ ਦਾ ਨਹੀਂ ਸਤਿਕਾਰ ਕਰਦਾ, ਉਹ ਕਿਸਾਨੀ ਦਾ ਕਿੱਡਾ ਸਤਿਕਾਰ ਕਰਦਾ। ਉਹਨੇ ਸਭ ਬੱਚੇ ਨੂੰ ਪਤਾ ਐਸਐਸਪੀ ਦੀ ਖਿਚਾਈ ਕੀਤੀ, ਪਰਚਾ ਦਰਜ ਕਰਾਇਆ ਪਹਿਲਾਂ ਕਿਸਾਨਾਂ ਤੋਂ, ਕੱਲ ਮੁੱਕਰਿਆ। ਜਿਸ ਦਿਨ ਪਰਚਾ ਦਰਜ ਹੋਇਆ ਉਸ ਦਿਨ ਇਹਨੇ ਮੰਨਿਆ ਕਿ ਆ ਮੈਂ ਕਰਾਇਆ, ਅੱਜ ਕੱਲ ਮੁੱਕਰਿਆ। ਇਹਨਾਂ ਦਾ ਸਾਫ਼ ਜੋ ਇਹਨਾਂ ਦੀ ਸੋਚ ਹੈ ਇੱਥੋਂ ਹੀ ਨਿਕਲ ਕੇ ਆਉਂਦੀ। ਔਰ ਕਿਸਾਨਾਂ ਨੇ ਉਸ ਗੱਲ ਦਾ ਜਵਾਬ ਦੇ ਦਿੱਤਾ ਹੈ ਕਿ ਪਿਆਸਾ ਕਿਹੜਾ ਹੈ ਤੇ ਖੂਹ ਕੌਣ ਹੈ। ਔਰ ਤਦੇ ਹਲੇ ਅੱਜ ਕੱਲ ਥੋੜਾ ਚੁੱਪ ਜਾ ਹਾਂਜੀ। ਚਲੋ ਮੈਂ ਦੇਖੋ, ਇਹ ਤਾਂ ਗੱਲ ਕਹਿਣੀ ਨਹੀਂ ਬਣਦੀ। ਪਿਆਸੇ ਤਾਂ ਸਾਰੇ, ਇਹ ਸਾਰੇ ਲੀਡਰ ਅਸੀਂ ਸਾਰੇ ਹੀ ਆ, ਤੇ ਇਹ ਉਲਟ ਇਹਨੂੰ ਉਹ ਹੰਕਾਰ ਹੈ ਨਾ ਜੀ, ਮੈਨੂੰ ਲੱਗਦਾ ਥੁੱਕ ਛਿੱਟਦੇ ਅਕਲ ਨਹੀਂ ਰਹੀ ਹੋਣੀ ਕਿਤੇ। ਅੰਦਰ ਦੀ ਖਬਰ ਇਹ ਸੀ ਕਿ ਫਾਈਨੈਂਸ ਮਿਨਿਸਟਰ ਸਾਹਿਬ ਜਿਹੜੇ ਸੀ ਉਹ ਆਪਣੇ ਹਲਕੇ ਨੂੰ ਬੜਾ ਫੰਡ ਭੇਜ ਰਹੇ ਸੀ, ਜਦ ਕਿ ਫੰਡਾਂ ਦੀ ਕਮੀ ਸੀ। ਹੁਣ ਇੱਕ ਅੰਦਰ ਦੀ ਖਬਰ ਹੈ ਕਿ ਸੀਐਮ ਸਾਹਿਬ ਨੇ ਉਹ ਫੰਡ ਵੀ ਰੋਕਤੇ ਉਹਨਾਂ ਨੂੰ। ਉਸ ਬਾਰੇ ਕੀ ਕਹਿਣਾ ਚਾਹੁੰਦੇ? ਰਾਜਾ ਵੜਿੰਗ ਹੋਣਾ ਨੇ ਵੀ ਵਿਰੋਧ ਕੀਤਾ ਕੋਈ ਕਾਂਗਰਸ ਦੇ। ਦੇਖੋ, ਕਿਸੇ ਨੂੰ ਨੌਕਰੀ ਦੇਣੀ ਹੋਵੇ ਤੇ ਖਜ਼ਾਨਾ ਖਾਲੀ, ਕਿਸੇ ਨੂੰ ਟੀਏ ਡੀਏ ਭੱਤੇ ਦੇਣੇ ਹੋਣ ਤੇ ਖਜ਼ਾਨਾ ਖਾਲੀ। ਜੇ ਗਰੀਬਾਂ ਦੇ ਭਲੇ ਦਾ ਕੋਈ ਫੈਸਲਾ ਹੋਵੇ ਤੇ ਖਜ਼ਾਨਾ ਖਾਲੀ। ਮਗਰ ਜਦੋਂ ਕਿਸੇ ਐਮਐਲਏ ਦੇ ਪੁੱਤ ਨੂੰ ਨੌਕਰੀ ਦੇਣੀ ਹੋਵੇ ਜਾਂ ਡਿਪਟੀ ਬਣਾਉਣਾ ਹੋਵੇ, ਉਦੋਂ ਖਜ਼ਾਨਾ ਭਰਿਆ। ਜਦੋਂ ਖਜ਼ਾਨਾ ਮੰਤਰੀ ਨੇ ਆਪਦੇ ਹਲਕੇ 'ਚ ਪੈਸੇ ਦੇਣੇ ਹੋਣ ਤੇ ਖਜ਼ਾਨਾ ਭਰਿਆ। ਇਹ ਵਿਤਕਰਾ ਨਹੀਂ ਹੋਣਾ ਚਾਹੀਦਾ। ਭਾਵੇਂ ਬਠਿੰਡੇ 'ਚ ਡਿਵੈਲਪਮੈਂਟ ਆਵੇ, ਕਿਉਂਕਿ 4.5 ਸਾਲ ਦੀ ਰੁਕੀ ਹੈ, ਮਗਰ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਵੀ ਆਵੇ, ਪੰਜਾਬ ਦੇ ਹੋਰ ਸ਼ਹਿਰਾਂ 'ਚ ਵੀ ਜਾਵੇ। ਇਹ ਨਹੀਂ ਕਿ ਪਿਕ ਐਂਡ ਚੂਜ਼ ਹੋਵੇ। ਇਹ ਗੱਲ ਦੇ ਤਾਂ ਮੈਂ ਵੀ ਹਾਂ ਕਿ ਹਰ ਇਲਾਕੇ ਨੂੰ, ਅੰਮ੍ਰਿਤਸਰ ਜ਼ਿਲ੍ਹੇ ਨੂੰ ਤਾਂ ਦੇਖੋ 4-4 5-5 ਵਜ਼ੀਰ ਨੇ, 2 ਪ੍ਰਧਾਨ ਤੇ 4 ਜਾਂ 5 ਵਜ਼ੀਰ। ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੱਸ ਦਿਓ ਜੇ ਇੱਕ ਵੀ ਕੋਈ ਪ੍ਰੋਜੈਕਟ ਆਇਆ, ਕੋਈ ਇੱਕ ਪ੍ਰੋਜੈਕਟ ਲੋਕਾਂ ਦੇ ਭਲੇ ਦਾ, ਕੋਈ ਨੌਕਰੀ ਲੋਕਾਂ ਦੇ ਭਲੇ ਦੀ, ਤੇ ਲੋਕਾਂ ਨੇ ਕੀ ਕਰਨਾ ਫਿਰ ਇਹਨਾਂ ਦੀ ਇਹ ਜੀ ਪ੍ਰਧਾਨਗੀ ਤੋਂ ਤੇ ਇਹ ਜੀਆਂ ਵਜ਼ੀਰੀਆਂ।